ਜਿਹੜੀ ਰੇਲ ਗੱਡੀ ਨੂੰ ਕਿਹਾ ਜਾ ਰਿਹਾ ਸੀ ਵੀ ਹੁਣੇ ਨੌਨ ਸਟਾਪ ਚੱਲਣੀ ਹੈ, ਵੀ ਛੋਟੇ ਮੋਟੇ ਸਟੇਸ਼ਨਾਂ ਤੇ ਨਹੀਂ ਰੁਕਦੀ, ਉਹ ਤਾਂ ਮੇਰੇ ਖਿਆਲ ਪਹਿਲੇ ਸਟੇਸ਼ਨ ਦੀ ਬ੍ਰੇਕ ਮਾਰ ਗਈ। ਤੇ ਕਿਵੇਂ ਵੇਖਦੇ ਹੋ, ਕਾਰਨ ਕੀ ਦੇਖਦੇ ਹੋ ਵੈਸੇ ਪਿੱਛੇ ਦੇ ਬੇਸਿਕਲੀ? ਵੈਸੇ ਤਾਂ ਹੁਣ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਹੁਣੀ ਤਾਜ਼ੀ ਵੀਡੀਓ ਆਉਂਦੀ ਹੈ, ਉਹ ਕਹਿੰਦੇ ਜੀ ਮੈਂ ਪੰਜਾਬ ਦੇ ਨਾਲ ਧੋਖਾ ਨਹੀਂ ਕਰ ਸਕਦਾ। ਜਿਹੜੇ ਬੰਦਿਆਂ ਨੇ ਕਰਪਟ ਬੰਦੇ ਜਿਹੜੇ ਦਾਗੀ ਸੀਗੇ, ਜਿਨ੍ਹਾਂ ਨੇ ਇਨਸਾਫ ਦਿਵਾਉਣ ਵੇਲੇ ਅੜਚਣ ਬਣੇ ਜਿਹੜੇ ਬੰਦੇ, ਉਹ ਫੇਰ ਤੁਸੀਂ ਆਪਣੀ ਟ੍ਰੇਨ ਦੇ ਵਿੱਚ ਚੜ੍ਹਾ ਲਏ ਵੀ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ। ਕਿ ਜਿਹੜਾ ਜਗੀਰਦਾਰੀ ਲੋਟੂ ਟੋਲੇ ਨੇ, ਚਾਹੇ ਉਹ ਅਕਾਲੀ ਦਲ ਦੇ ਵਿੱਚ ਸੀਗੇ, ਚਾਹੇ ਉਹ ਕਾਂਗਰਸ ਦੇ ਵਿੱਚ ਸੀਗੇ, ਇਹ ਸੱਤਾ 'ਤੇ ਹਮੇਸ਼ਾ ਕਾਬਜ਼ ਰਹੇ ਨੇ। 2-3 ਦਿਨ ਅਸੀਂ ਦੇਖਿਆ ਕਿ ਸਿੱਧੂ ਸਾਹਿਬ ਸੀਐਮ ਸਾਹਿਬ ਦੇ ਨਾਲ ਇਕੱਠੇ ਰਹੇ, ਬੜੇ ਕੁਐਸਚਨ ਸੋਸ਼ਲ ਮੀਡੀਆ ਦੇ ਉੱਤੇ ਵੀ ਉੱਠੇ, ਜਾਂ ਬੜੇ ਜਿਹੜੇ ਵੱਖ-ਵੱਖ ਤਰ੍ਹਾਂ ਦੇ ਮਾਹਿਰ ਹੈਗੇ ਨੇ ਉਹਨਾਂ ਨੇ ਕਮੈਂਟ ਵੀ ਕੀਤੇ, ਔਰ ਇਹ ਸਹੀ ਗੱਲ ਵੀ ਕਹੀ ਕਿ ਸਿੱਧੂ ਸਾਹਿਬ ਸੀਐਮ ਨੂੰ ਐਵੇਂ ਲੈ ਕੇ ਫਿਰਦੇ ਨੇ ਜਿਵੇਂ ਨਵੀਂ ਵਿਆਹੀ ਵਹੁਟੀ ਨੂੰ ਇੱਕ ਵਿਆਹ ਦੇ ਵਿੱਚ ਨੈਣ ਜਿਹੜੀ ਹੈ ਉਹ ਲੈ ਕੇ ਘੁੰਮਦੀ ਹੁੰਦੀ ਹੈ। ਮੰਤਰਾਲੇ ਮਿਲਣੇ ਨੇ, ਵਿਭਾਗ ਮਿਲਣੇ ਨੇ, ਕਿਹਨੂੰ ਕੈਬਨਿਟ 'ਚ ਮਿਲਣਾ ਹੈ, ਉੱਥੇ ਕਿਤੇ ਨਾ ਕਿਤੇ ਕਾਂਗਰਸ ਨੇ ਦੇਖਿਆ ਕਿ ਕੈਪਟਨ ਗਰੁੱਪ ਦੀ ਜਿਹੜੀ ਛਾਪ ਹੈ ਉਹ ਰਹਿੰਦੀ ਹੈ। ਪੁਰਾਣੇ ਜਿਹੜੇ ਦਾਗੀ ਮੰਤਰੀ ਜਿਨ੍ਹਾਂ ਦੇ ਉੱਤੇ ਕਰਪਸ਼ਨ ਦੇ ਚਾਰਜ ਜਾਂ ਜਿਨ੍ਹਾਂ ਦੀ ਪਰਫਾਰਮੈਂਸ ਵਧੀਆ ਨਹੀਂ ਸੀ, ਜਿਨ੍ਹਾਂ ਨੂੰ ਲੱਗਦਾ ਸੀ ਵੀ ਉਹ ਕਾਂਗਰਸ ਨੂੰ ਢਾਹ ਲਾਉਣਗੇ, ਉਹ ਮੰਤਰੀ ਐਗਜ਼ਿਸਟ ਕਰ ਜਾਂਦੇ ਆ ਦੁਬਾਰੇ। ਕਿ ਜਦੋਂ ਬਰਗਾੜੀ ਕਾਂਡ ਹੁੰਦਾ ਹੈ, ਬਰਗਾੜੀ ਕਾਂਡ ਦੀ ਜਿਹੜੀ ਜਾਂਚ ਹੈ ਉਹ ਸੋਹਤਾ ਸਾਹਿਬ ਜਿਹੜੇ ਹੁਣ ਜਿਨ੍ਹਾਂ ਨੂੰ ਆਰਜੀ ਤੌਰ 'ਤੇ ਡੀਜੀਪੀ ਲਾਇਆ ਹੈ ਉਹ ਕਰਦੇ ਨੇ, ਲੇਕਿਨ ਉਹ ਕਲੀਨ ਚਿੱਟ ਦਿੰਦੇ ਨੇ। ਉਹ ਸਾਰਾ ਮਸਲਾ ਹੀ ਸਿੱਖ ਨੌਜਵਾਨਾਂ ਦੇ ਗਲ ਪਾਉਂਦੇ ਨੇ। ਇੱਥੋਂ ਤੱਕ ਵੀ ਖਬਰਾਂ ਸੀ ਵੀ ਉਹਨਾਂ ਨੇ ਉਹ ਸਿੱਖ ਨੌਜਵਾਨਾਂ ਨੂੰ ਟੌਰਚਰ ਵੀ ਆਪਣੇ ਸਾਹਮਣੇ ਕੀਤਾ। ਇਹ ਬੜਾ ਕੁਐਸਚਨ ਮਾਰਕ ਸੀਗਾ ਕਿ ਜਿਨ੍ਹਾਂ ਬੰਦਿਆਂ ਨੇ ਮੁਜਰਿਮਾਂ ਨੂੰ ਡਿਫੈਂਡ ਕੀਤਾ ਹੈ ਔਰ ਜਿਹੜੇ ਕਿਸੇ ਨਤੀਜੇ 'ਤੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਨਹੀਂ ਜਾਣ ਦੇ ਵਿੱਚ ਰੋੜਾ ਬਣੇ ਨੇ, ਉਹਨਾਂ ਲੋਕਾਂ ਨੂੰ ਅਸੀਂ ਪ੍ਰਤੀਨਿਧਤਾ ਦੇ ਕੇ ਹੁਣ ਅਸੀਂ ਇਨਸਾਫ ਦੀ ਪਾਲ ਕਿੱਥੋਂ ਕਰਾਂਗੇ? ਜੇ ਫੈਸਲੇ ਉਹਨਾਂ ਨੇ ਲੈਣੇ ਆ, ਫਿਰ ਇਹ ਜਿਹੜੀਆਂ ਪ੍ਰਧਾਨਗੀਆਂ ਦਿੱਤੀਆਂ ਜਾਂਦੀਆਂ ਜਾਂ ਮੁੱਖ ਮੰਤਰੀ ਬਦਲੇ ਜਾਂਦੇ ਨੇ, ਫਿਰ ਇਹਨਾਂ ਨੂੰ ਡੰਮੀ ਮੰਤਰੀ ਜਾਂ ਡੰਮੀ ਆਪਾਂ ਪ੍ਰਧਾਨ ਕਹਿ ਲਈਏ। ਪਰ ਹੁਣ ਲੋਕ ਤੇ ਜਿਹੜਾ ਸਟੈਪ ਸਿੱਧੂ ਸਾਹਿਬ ਚੱਕ ਲੈਂਦੇ ਨੇ, ਕਿਉਂਕਿ ਉਹ ਲੋਕ ਦੇਖਦੇ ਸੀ ਵੀ ਹਾਂ ਯਾਰ ਵਧੀਆ ਸੀਐਮ ਮਿਲਿਆ ਸਾਨੂੰ, ਸਧਾਰਨ ਹੈਗੇ ਨੇ। ਪਰ ਹੁਣ ਲੋਕ ਕਹਿੰਦੇ ਵੀ ਇਹ ਤਾਂ ਇੱਕ ਡਰਾਮਾ। ਲੋਕ ਕਹਿੰਦੇ ਵੀ ਜਿਹੜੇ ਔਰਤਾਂ ਲਈ ਸੀਰੀਅਲ ਬਣਾਉਂਦੇ ਆ ਨਾ ਡਾਇਰੈਕਟਰ, ਬਈ ਸ਼ਾਇਦ ਉਹਨਾਂ ਨੇ ਵੀ ਹੁਣ ਅਸਤੀਫੇ ਦੇ ਦੇਣੇ ਬਈ ਯਾਰ ਆਪਾਂ ਨਹੀਂ ਕਰ ਸਕਦੇ, ਸਾਡੀਆਂ TRP ਡਾਊਨ ਹੋ ਗਈ। ਆ ਰਾਜਨੀਤਿਕ ਲੀਡਰ ਬਥੇਰਾ ਵਧੀਆ ਡਰਾਮਾ ਕਰ ਲੈਂਦੇ ਨੇ। ਚੰਨੀ ਸਾਹਿਬ ਖਾਲੀ ਸੀਐਮਸ਼ਿਪ ਨਹੀਂ ਦੇਖਣੀ ਉਹਨਾਂ ਨੇ, ਉਹਨਾਂ ਨੂੰ ਇਹ ਸੀ ਵੀ ਕੱਲ੍ਹ ਨੂੰ, ਅੱਜ ਮੈਂ ਪਹਿਲੀ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਿਆ ਅਨੁਸੂਚਿਤ ਜਾਤੀ ਦੇ ਵਿੱਚੋਂ, ਤਾਂ ਕੱਲ੍ਹ ਨੂੰ ਮੇਰਾ ਸਮਾਜ ਕਿਤੇ ਮੈਨੂੰ ਕੁਐਸਚਨ ਨਾ ਕਰੇ ਕਿ ਜੀ ਤੁਸੀਂ ਆਪਣੇ ਸਮੇਂ ਦੇ ਵਿੱਚ ਆਪਣੇ ਸਮਾਜ ਦੇ ਆਫਿਸਰਾਂ ਨੂੰ ਅੱਗੇ ਲੈ ਕੇ ਨਹੀਂ ਆ ਸਕੇ। ਸਮਾਜ ਦੇ ਵਿੱਚ ਹੋਰ ਵੀ ਹੋ ਸਕਦੇ ਨੇ, ਤੇ ਕੀ ਦਾਗੀ ਨੂੰ ਹੀ ਜਿਹਦੇ 'ਤੇ ਇਲਜ਼ਾਮ ਹੈ ਉਹਨੂੰ ਇਹ ਲੈ ਕੇ ਆਉਣਾ ਜ਼ਰੂਰੀ? ਜਿਵੇਂ ਚੰਨੀ ਸਾਹਿਬ ਨੂੰ ਖੁਦ ਰਿਕਮੈਂਡ ਕਰ ਦਿੰਦੇ ਨੇ ਨਵਜੋਤ ਸਿੰਘ ਸਿੱਧੂ, ਸੁੱਖੀ ਰੰਧਾਵਾ ਦੇ ਨਾਂ 'ਤੇ ਇਤਰਾਜ਼ ਹੁੰਦਾ ਹੈ, ਚਰਨਜੀਤ ਸਿੰਘ ਚੰਨੀ ਦਾ ਸਵਾਗਤ ਕੀਤਾ ਜਾਂਦਾ ਹੈ। ਤਾਂ ਹੁਣ ਕੀ ਸਿੱਧੂ ਇਹ ਮਹਿਸੂਸ ਕਰ ਰਹੇ ਹੋਣਗੇ ਵੀ ਯਾਰ ਚੰਨੀ ਨੂੰ ਬਣਾ ਕੇ ਮੈਂ ਤਾਂ ਆਪਣੇ ਪੈਰਾਂ ਦੇ ਉੱਤੇ ਕੁਹਾੜੀ ਮਾਰ ਲਈ? ਸਿੱਧੂ ਸਾਹਿਬ ਦੇ ਕੋਲ ਬਹੁਤ ਸੁਨਹਿਰੀ ਮੌਕਾ ਸੀ ਕਿ ਉਹ ਇਸ ਸਮੇਂ ਜੋ ਪੰਜਾਬ ਦੇ ਵਿੱਚ ਸਹੀ ਬਦਲਾਅ ਲੈ ਕੇ ਆਏ ਨੇ, ਤਾਂ ਉਹ ਪੂਰੇ ਦੇਸ਼ ਦੇ ਵਿੱਚ ਇਸ ਗੱਲ ਦਾ ਲਾਹਾ ਲੈਂਦੇ, ਕਾਂਗਰਸ ਦੇ ਸਟਾਰ ਕੰਪੇਨਰ ਬਣਦੇ ਕਿ ਪੰਜਾਬ ਨੇ ਉਹ ਬਦਲਾਅ ਕਰ ਦਿੱਤਾ ਜਿਹੜੀਆਂ 70 ਸਾਲ ਤੋਂ ਸਰਕਾਰਾਂ ਕਦੇ ਵੀ ਨਹੀਂ ਕਰ ਸਕੀਆਂ। ਕਈ ਦਿਨਾਂ ਤੋਂ ਕਾਂਗਰਸ ਦੇ ਵਿੱਚ ਸਿਆਸੀ ਭੁਚਾਲ ਆਇਆ ਹੋਇਆ ਹੈ। ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹਿਆ ਜਾਂਦਾ ਹੈ ਤੇ ਕੈਪਟਨ ਸਰਕਾਰ ਚੰਨੀ ਸਰਕਾਰ ਹੋ ਜਾਂਦੀ ਹੈ, ਉਸ ਤੋਂ ਬਾਅਦ ਲਗਾਤਾਰ ਸਿਆਸੀ ਹਲਚਲ ਤੇ ਉਥਲ-ਪੁਥਲ ਜਾਰੀ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਬੜੇ ਹੀ ਸਵਾਗਤੀ ਢੰਗ ਦੇ ਨਾਲ ਜੁਆਇਨ ਕਰਵਾਇਆ, ਮੁੱਖ ਮੰਤਰੀ ਤੱਕ ਲੈ ਕੇ ਆਉਂਦੇ ਨੇ, ਖੁਦ ਹੱਥ ਪਕੜ ਕੇ ਉਹਨਾਂ ਦਾ ਚੱਲਦੇ ਦਿਖਾਈ ਦਿੰਦੇ ਨੇ, ਕਦੇ ਮੋਢੇ ਦੇ ਉੱਤੇ ਹੱਥ। ਕਿਹਾ ਜਾ ਰਿਹਾ ਸੀ ਵੀ ਇਹ ਹੁਣ ਜਿਹੜੀ ਰੇਲ ਗੱਡੀ ਨਵੀਂ ਇੰਜਣ ਜਿਹੜਾ ਲੱਗਿਆ ਏ, ਵੀ ਇਹ ਹੁਣ ਨੌਨ ਸਟਾਪ ਚੱਲਣਾ ਹੈ, ਜਿਹੜੇ ਛੋਟੇ-ਮੋਟੇ ਸਟੇਸ਼ਨ ਹੈ ਉੱਥੇ ਨਹੀਂ ਇਹ ਰੁਕਣੀ ਟ੍ਰੇਨ, ਤੇ ਹੁਣ ਸਿਖਰ 'ਤੇ ਜਾ ਕੇ ਮੰਜ਼ਿਲ 'ਤੇ ਜਾ ਕੇ ਹੀ ਰੁਕੂਗੀ। ਪਰ ਇਸ ਗੱਡੀ ਦੀ ਬ੍ਰੇਕ ਇੱਕ ਵਾਰ ਫਿਰ ਨਜ਼ਰ ਆਈ ਲੱਗਦੀ ਜਦੋਂ ਨਵਜੋਤ ਸਿੰਘ ਸਿੱਧੂ ਹੋਰੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਨੇ। ਬੇਸ਼ੱਕ ਉਹਨਾਂ ਦਾ ਅਸਤੀਫਾ ਹਾਲੇ ਮਨਜ਼ੂਰ ਨਹੀਂ ਹੋਇਆ, ਪਰ ਇਹਦੇ ਨਾਲ ਇੱਕ ਵਾਰ ਫਿਰ ਤੋਂ ਭੁਚਾਲ ਕਾਂਗਰਸ ਦੇ ਵਿੱਚ ਆ ਗਿਆ। ਬਹੁਤ ਸਾਰੇ ਸਿਆਸੀ ਮਾਹਿਰ ਇਸ ਦੇ ਉੱਤੇ ਆਪੋ ਆਪਣੀ ਰਾਏ ਦੇ ਰਹੇ ਨੇ, ਤੇ ਮੇਰੇ ਨਾਲ ਨੇ ਐਡਵੋਕੇਟ ਕਮਲ ਸੈਣੀ, ਜਿਹੜੇ ਸਿਆਸੀ ਮਾਹਿਰ ਵੀ ਨੇ, ਕਾਫੀ ਜ਼ਿਆਦਾ ਸਮਝ ਰੱਖਦੇ ਨੇ ਰਾਜਨੀਤੀ ਦੀ। ਗੱਲਬਾਤ ਕਰਦੇ ਹਾਂ।
ਸੈਣੀ ਸਾਹਿਬ ਕਿਵੇਂ ਵੇਖਦੇ ਹੋ ਜਿਹੜੀ ਰੇਲ ਗੱਡੀ ਨੂੰ ਕਿਹਾ ਜਾ ਰਿਹਾ ਸੀ ਵੀ ਹੁਣੇ ਨਾਨ ਸਟਾਪ ਚੱਲਣੀ ਹੈ, ਵੀ ਛੋਟੇ-ਮੋਟੇ ਸਟੇਸ਼ਨਾਂ 'ਤੇ ਨਹੀਂ ਰੁਕਦੀ, ਉਹ ਤਾਂ ਮੇਰੇ ਖਿਆਲ ਪਹਿਲੇ ਸਟੇਸ਼ਨ ਦੀ ਬ੍ਰੇਕ ਮਾਰ ਗਈ। ਦੇਖੋ, ਜਿਹੜਾ ਸਿਆਸੀ ਸਮੀਕਰਨ ਪੰਜਾਬ ਦਾ ਸੀ, ਪੰਜਾਬ ਦੇ ਨਾਲ ਨਾਲ ਉਹਦਾ ਦੇਸ਼ ਦੇ ਵਿੱਚ ਬਹੁਤ ਵੱਡਾ ਅਸਰ ਪੈਣਾ ਸੀ। ਉਹ ਫਿਲਹਾਲ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਪਣੇ ਆਪ ਹੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਦੂਸਰੀ ਗੱਲ, ਜੇ ਅਸੀਂ ਇਸ ਗੱਲ ਨੂੰ ਲੈ ਕੇ ਚੱਲਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਪ੍ਰਵਾਨ ਹੁੰਦਾ ਹੈ ਜਾਂ ਨਹੀਂ ਹੁੰਦਾ, ਜੇਕਰ ਅਸਤੀਫਾ ਪ੍ਰਵਾਨ ਹੁੰਦਾ ਹੈ ਤਾਂ ਵੀ ਇਹ ਪੰਜਾਬ ਦੇ ਲਈ ਔਰ ਕਾਂਗਰਸ ਦੇ ਲਈ ਕਾਫੀ ਘਾਤਕ ਹੈ। ਦੂਸਰਾ ਗੱਲ, ਜੇ ਨਹੀਂ ਪ੍ਰਵਾਨ ਹੁੰਦਾ ਤਾਂ ਹਾਈ ਕਮਾਂਡ ਦੀ ਬਹੁਤ ਵੱਡੀ ਪ੍ਰੀਖਿਆ ਹੋਏਗੀ ਇਸ ਫੇਸ ਦੇ ਵਿੱਚੋਂ ਪੰਜਾਬ ਕਾਂਗਰਸ ਨੂੰ ਕੱਢ ਕੇ ਲੈ ਕੇ ਆਉਣਾ। ਤੇ ਕਿਵੇਂ ਵੇਖਦੇ ਹੋ, ਕਾਰਨ ਕੀ ਦੇਖਦੇ ਹੋ ਵੈਸੇ ਪਿੱਛੇ ਦੇ? ਬੇਸਿਕਲੀ ਵੈਸੇ ਤਾਂ ਹੁਣ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਹੁਣੀ ਤਾਜ਼ੀ ਵੀਡੀਓ ਆਉਂਦੀ ਹੈ, ਉਹ ਕਹਿੰਦੇ ਜੀ ਮੈਂ ਪੰਜਾਬ ਦੇ ਨਾਲ ਧੋਖਾ ਨਹੀਂ ਕਰ ਸਕਦਾ। ਜਿਹੜੇ ਬੰਦਿਆਂ ਨੇ ਕਰਪਟ ਬੰਦੇ, ਜਿਹੜੇ ਦਾਗੀ ਸੀਗੇ, ਜਿਨ੍ਹਾਂ ਨੇ ਇਨਸਾਫ ਦਿਵਾਉਣ ਵੇਲੇ ਅੜਚਣ ਬਣੇ ਜਿਹੜੇ ਬੰਦੇ, ਉਹ ਫੇਰ ਤੁਸੀਂ ਆਪਣੀ ਟ੍ਰੇਨ ਦੇ ਵਿੱਚ ਚੜ੍ਹਾ ਲਏ ਵੀ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ। ਆਪਾਂ ਬੜੇ ਸਿਸਟਮ ਦੇ ਨਾਲ ਦੇਖਿਆ ਹੈਗਾ ਕਿ ਕਾਂਗਰਸ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਗੱਲਬਾਤ ਕਰਕੇ ਇੱਕ ਪਹਿਲਾਂ ਸਕ੍ਰਿਪਟ ਤਿਆਰ ਕੀਤੀ ਹੋਈ ਸੀ ਕਿ ਅਸੀਂ ਕੈਪਟਨ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ, ਲੰਮੇ ਸਮੇਂ ਤੋਂ ਖੁਸ਼ ਨਹੀਂ ਸੀਗੇ। ਉਹਦੇ ਵਿੱਚ ਉਹ ਦੇਖ ਰਹੇ ਸੀ ਕਿ ਅਸੀਂ ਕਿਸ ਤਰ੍ਹਾਂ ਕਾਂਗਰਸ ਦਾ ਸੰਕਟ ਪੰਜਾਬ ਦਾ ਹੱਲ ਕਰ ਦਈਏ। ਪੰਜਾਬ ਦਾ ਸੰਕਟ ਉਹਨਾਂ ਨੇ ਬਹੁਤ ਵਧੀਆ ਹੱਲ ਕੀਤਾ। ਆਮ ਜਨ ਵਰਗ ਨੂੰ ਮਹਿਸੂਸ ਹੋਇਆ ਕਿ ਜਿਹੜਾ ਜਗੀਰਦਾਰੀ ਲੋਟੂ ਟੋਲੇ ਨੇ, ਚਾਹੇ ਉਹ ਅਕਾਲੀ ਦਲ ਦੇ ਵਿੱਚ ਸੀਗੇ, ਚਾਹੇ ਉਹ ਕਾਂਗਰਸ ਦੇ ਵਿੱਚ ਸੀਗੇ, ਇਹ ਸੱਤਾ 'ਤੇ ਹਮੇਸ਼ਾ ਕਾਬਜ਼ ਰਹੇ ਨੇ। ਆਮ ਸਧਾਰਨ ਵਿਅਕਤੀ ਗਿਆਨੀ ਜੈਲ ਸਿੰਘ ਤੋਂ ਬਾਅਦ ਕਦੇ ਵੀ ਸੱਤਾ ਦੀ ਸਰਪ੍ਰਮਾਣਿਤ CM ਦੀ ਕੁਰਸੀ 'ਤੇ ਨਹੀਂ ਬੈਠਿਆ। ਬਹੁਤ ਲੰਮੇ ਸਮੇਂ ਬਾਅਦ ਲੋਕਾਂ ਨੂੰ ਮਹਿਸੂਸ ਹੋਇਆ ਸੀ ਵੀ ਇੱਕ ਸਧਾਰਨ ਪਰਿਵਾਰ ਦਾ ਵਿਅਕਤੀ ਜਿਹਨੇ ਸੰਘਰਸ਼ ਕੀਤਾ, ਮਿਊਨਿਸਪਲ ਕੌਂਸਲ ਦੀ ਇਲੈਕਸ਼ਨ ਤੋਂ ਲੈ ਕੇ ਉਹ CM ਤੱਕ ਪਹੁੰਚ ਸਕਦਾ ਹੈ। ਬਹੁਤ ਵੱਡਾ ਸਟਰੋਕ ਸੀਗਾ ਜਿਹਦਾ ਕਾਂਗਰਸ ਨੇ ਬਹੁਤ ਹੀ ਲਾਹਾ ਲੈਣਾ ਸੀਗਾ ਦੇਸ਼ ਦੀ ਆਉਣ ਵਾਲੇ ਸਮੇਂ ਦੀ ਰਾਜਨੀਤੀ ਦੇ ਵਿੱਚ। ਪਰ ਹੁਣ ਜਦੋਂ ਇਹ ਗੱਲ ਹੋ ਜਾਂਦੀ ਹੈ ਕਿ ਸਿੱਧੂ ਸਾਹਿਬ ਖੁਦ ਅਸਤੀਫਾ ਦਿੰਦੇ ਨੇ ਤਾਂ ਇਹ ਬਹੁਤ ਬੜੀ ਗੱਲ ਹੈ। ਸਿੱਧੂ ਸਾਹਿਬ ਨੇ ਜਿਨ੍ਹਾਂ ਗੱਲਾਂ 'ਤੇ ਅਸਤੀਫਾ ਦਿੱਤਾ, ਜਿਨ੍ਹਾਂ ਮੁੱਦਿਆਂ ਦੇ ਉੱਤੇ ਸਿੱਧੂ ਦੀ ਕਾਂਗਰਸ ਦੇ ਵਿੱਚ ਉਥਲ ਪੁਥਲ ਦੀ ਲੜਾਈ ਚੱਲਦੀ ਰਹੀ ਹੈ, ਉਹਨਾਂ ਮੁੱਦਿਆਂ ਦੇ ਵਿੱਚ ਬੇਸਿਕ 2-3 ਗੱਲਾਂ ਨੇ ਕਿ ਜਦੋਂ ਸਿੱਧੂ ਸਾਹਿਬ CM ਚੰਨੀ ਨੂੰ ਬਣਾਉਂਦੇ ਆ, ਪਹਿਲਾਂ ਤਾਂ ਉਹ ਰੰਧਾਵਾ ਸਾਹਿਬ ਨੂੰ ਰੋਕਦੇ ਆ ਵੀ ਇਹਨਾਂ ਨੂੰ CM ਨਾ ਬਣਾਇਆ ਜਾਵੇ। ਦੂਸਰਾ ਗੱਲ ਹੈ, ਜਿਹੜੀ ਪੂਰੀ ਰਣਨੀਤੀ ਦੇ ਨਾਲ ਗੱਲ ਹੁੰਦੀ ਹੈ ਕਿ ਅਗਰ ਅਸੀਂ ਚਰਨਜੀਤ ਚੰਨੀ ਨੂੰ CM ਬਣਾਉਂਦੇ ਆ ਤਾਂ ਆਮ ਪਬਲਿਕ ਦੇ ਵਿੱਚ ਬਹੁਤ ਵੱਡਾ ਮੈਸੇਜ ਜਾਂਦਾ ਹੈ। ਨੈਚੁਰਲੀ ਗੱਲ ਆ, ਉਹ ਮੈਸੇਜ ਗਿਆ ਵੀ। ਤੀਸਰੀ ਗੱਲ ਉਹਨਾਂ ਨੂੰ ਇਹ ਸੀ ਵੀ ਜਿੰਨਾ ਵੀ ਹੁਣ ਕੰਮ ਹੋਏਗਾ, ਸਰਕਾਰ ਔਰ ਕਾਂਗਰਸ ਕਮੇਟੀ ਜਿਹੜੀ ਪੰਜਾਬ ਦੀ ਹੈ, ਉਹ ਲੋਕਾਂ ਦੇ ਸਾਹਮਣੇ ਇਕੱਠੀ ਹੋ ਕੇ ਐਲਾਨ ਕਰੇ, ਲੋਕਾਂ ਨੂੰ ਇੱਕ ਮੈਸੇਜ ਜਾਵੇ ਵੀ ਜੋ ਪੰਜਾਬ ਦੀ ਕਾਂਗਰਸ ਔਰ ਜੋ ਸਰਕਾਰ ਹੈਗੀ ਹੈ ਉਹ ਮਿਲ ਕੇ ਕੰਮ ਕਰਦੇ ਨੇ। 2-3 ਦਿਨ ਅਸੀਂ ਦੇਖਿਆ ਕਿ ਸਿੱਧੂ ਸਾਹਿਬ CM ਸਾਹਿਬ ਦੇ ਨਾਲ ਇਕੱਠੇ ਰਹੇ, ਬੜੇ ਕੁਐਸਚਨ ਸੋਸ਼ਲ ਮੀਡੀਆ ਦੇ ਉੱਤੇ ਵੀ ਉੱਠੇ, ਜਾਂ ਬੜੇ ਜਿਹੜੇ ਵੱਖ-ਵੱਖ ਤਰ੍ਹਾਂ ਦੇ ਮਾਹਿਰ ਹੈਗੇ ਨੇ ਉਹਨਾਂ ਨੇ ਕਮੈਂਟ ਵੀ ਕੀਤੇ, ਔਰ ਇਹ ਸਹੀ ਗੱਲ ਵੀ ਕਹੀ ਕਿ ਸਿੱਧੂ ਸਾਹਿਬ CM ਨੂੰ ਐਵੇਂ ਲੈ ਕੇ ਫਿਰਦੇ ਨੇ ਜਿਵੇਂ ਨਵੀਂ ਵਿਆਹੀ ਵਹੁਟੀ ਨੂੰ ਇੱਕ ਵਿਆਹ ਦੇ ਵਿੱਚ ਨੈਣ ਜਿਹੜੀ ਹੈ ਉਹ ਲੈ ਕੇ ਘੁੰਮਦੀ ਹੁੰਦੀ ਹੈ, ਕਿ CM ਸਾਹਿਬ ਨੂੰ ਖੁਦ ਪਤਾ ਕੀ ਕਰਨਾ ਹੈ। ਉਸ ਤੋਂ ਬਾਅਦ ਕੀ ਗੱਲ ਆਉਂਦੀ ਹੈ ਕਿ ਜਦੋਂ ਮੰਤਰਾਲੇ ਮਿਲਣੇ ਨੇ, ਵਿਭਾਗ ਮਿਲਣੇ ਨੇ, ਕਿਹਨੂੰ ਕੈਬਨਿਟ 'ਚ ਮਿਲਣਾ ਹੈ, ਉੱਥੇ ਕਿਤੇ ਨਾ ਕਿਤੇ ਕਾਂਗਰਸ ਨੇ ਦੇਖਿਆ ਕਿ ਕੈਪਟਨ ਗਰੁੱਪ ਦੀ ਜਿਹੜੀ ਛਾਪ ਹੈ ਉਹ ਰਹਿੰਦੀ ਹੈ। ਪੁਰਾਣੇ ਜਿਹੜੇ ਦਾਗੀ ਮੰਤਰੀ ਜਿਨ੍ਹਾਂ ਦੇ ਉੱਤੇ ਕਰਪਸ਼ਨ ਦੇ ਚਾਰਜ ਜਾਂ ਜਿਨ੍ਹਾਂ ਦੀ ਪਰਫਾਰਮੈਂਸ ਵਧੀਆ ਨਹੀਂ ਸੀ, ਜਿਨ੍ਹਾਂ ਨੂੰ ਲੱਗਦਾ ਸੀ ਵੀ ਉਹ ਕਾਂਗਰਸ ਨੂੰ ਢਾਹ ਲਾਉਣਗੇ, ਉਹ ਮੰਤਰੀ ਐਡਜਸਟ ਕਰ ਜਾਂਦੇ ਆ ਦੁਬਾਰੇ। ਉਸ ਤੋਂ ਬਾਅਦ ਜਦੋਂ ਪੋਰਟਫੋਲੀਓ ਉਹਨਾਂ ਨੂੰ ਮਿਲਦੇ ਹੈ, ਉਹਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੇਰੀ ਜਿਹੜੀ ਸਲਾਹ ਮਸ਼ਵਰਾ ਕਾਂਗਰਸ ਕਮੇਟੀ ਨੇ ਨਹੀਂ ਜ਼ਿਆਦਾ ਮੰਨਿਆ। ਉੱਥੇ ਵੀ ਕੈਪਟਨ ਲੌਬੀ ਜਿਹੜੀ ਹੈ ਕਿਤੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਮੈਨੇਜ ਕਰਕੇ ਅੱਗੇ ਆ ਜਾਂਦੀ ਹੈ। ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਬਰਗਾੜੀ ਕਾਂਡ ਹੁੰਦਾ ਹੈ, ਬਰਗਾੜੀ ਕਾਂਡ ਦੀ ਜਿਹੜੀ ਜਾਂਚ ਹੈ ਉਹ ਸੋਹਤਾ ਸਾਹਿਬ ਜਿਹੜੇ ਹੁਣ ਜਿਨ੍ਹਾਂ ਨੂੰ ਆਰਜੀ ਤੌਰ 'ਤੇ DGP ਲਾਇਆ ਹੈ ਉਹ ਕਰਦੇ ਨੇ, ਲੇਕਿਨ ਉਹ ਕਲੀਨ ਚਿੱਟ ਦਿੰਦੇ ਨੇ। ਉਹ ਸਾਰਾ ਮਸਲਾ ਹੀ ਸਿੱਖ ਨੌਜਵਾਨਾਂ ਦੇ ਗੱਲ ਪਾਉਂਦੇ ਨੇ। ਇੱਥੋਂ ਤੱਕ ਵੀ ਖਬਰਾਂ ਸੀ ਵੀ ਉਹਨਾਂ ਨੇ ਉਹ ਸਿੱਖ ਨੌਜਵਾਨਾਂ ਨੂੰ ਟੌਰਚਰ ਵੀ ਆਪਣੇ ਸਾਹਮਣੇ ਕੀਤਾ ਹੈ, ਡਾਇਰੈਕਸ਼ਨ ਦੇ ਕੇ ਕਰਵਾਇਆ ਸੀਗਾ। ਅਤੇ ਉਸ ਤੋਂ ਬਾਅਦ ਸੁਮੇਧ ਸੈਣੀ ਦੇ ਖਿਲਾਫ ਜਿੰਨੀ ਜੰਗ ਸੀਗੀ, ਜੋ ਸੁਨੈਰੀਓ ਸੁਮੇਧ ਸੈਣੀ ਦਾ ਆਪਣੇ ਸਰਵਿਸ ਦੌਰਾਨ ਰਿਹਾ ਹੈਗਾ ਪੰਜਾਬ ਦੇ ਕਾਲੇ ਦੌਰ ਤੋਂ ਲੈ ਕੇ ਹੁਣ ਤੱਕ, ਉਹਦੇ ਵਿੱਚ ਜਦੋਂ ਸੁਮੇਧ ਸੈਣੀ ਦੇ ਉੱਤੇ ਮੁਕੱਦਮੇ ਦਰਜ ਹੁੰਦੇ ਨੇ, ਸੁਮੇਧ ਸੈਣੀ ਇਨਵੈਸਟੀਗੇਸ਼ਨ ਦੇ ਦਾਇਰੇ 'ਚ ਆਉਂਦੇ ਨੇ, ਉਹਨਾਂ ਦੇ ਉੱਤੇ ਸੂਈ ਘੁੰਮਦੀ ਹੈ, ਤਾਂ ਉਹਨੂੰ ਡਿਫੈਂਡ ਕਰਨ ਵਾਲੇ ਜਿਹੜੇ
ਵਕੀਲ ਸਾਹਿਬ ਨੇ APS ਦਿਓਲ ਸਾਹਿਬ, ਉਹਨਾਂ ਨੂੰ ਹੀ ਤੁਸੀਂ ਐਡਵੋਕੇਟ ਜਨਰਲ ਲਗਾਉਂਦੇ ਹੋ। ਇਹ ਬੜਾ ਕੁਐਸਚਨ ਮਾਰਕ ਸੀਗਾ ਕਿ ਜਿਨ੍ਹਾਂ ਬੰਦਿਆਂ ਨੇ ਮੁਜਰਿਮਾਂ ਨੂੰ ਡਿਫੈਂਡ ਕੀਤਾ ਹੈ ਔਰ ਜਿਹੜੇ ਕਿਸੇ ਨਤੀਜੇ 'ਤੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਨਹੀਂ ਜਾਣ ਦੇ ਵਿੱਚ ਰੋੜਾ ਬਣੇ ਨੇ, ਉਹਨਾਂ ਲੋਕਾਂ ਨੂੰ ਅਸੀਂ ਪ੍ਰਤੀਨਿਧਤਾ ਦੇ ਕੇ ਹੁਣ ਅਸੀਂ ਇਨਸਾਫ ਦੀ ਭਾਲ ਕਿੱਥੋਂ ਕਰਾਂਗੇ? ਅਤੇ ਉਹ ਸਵਾਲ ਮੁੜ ਕੇ ਪਿਛਲੇ ਸਮੇਂ ਨਾਲੋਂ ਦੁੱਗਣੇ ਉੱਚੇ ਹੋ ਕੇ ਜਿਹੜੇ ਸੀ ਉਹ ਕਾਂਗਰਸ ਸਾਹਮਣੇ ਵੀ ਖੜ੍ਹਦੇ ਨੇ ਅਤੇ ਇਹਨਾਂ ਦੀ ਲੀਡਰਸ਼ਿਪ ਸਾਹਮਣੇ ਵੀ ਖੜ੍ਹਦੇ ਸੀ। ਜਿਹੜੀਆਂ ਇਹ ਸਿਲੈਕਸ਼ਨ ਹੋਈਆਂ, ਚੋਣਾਂ ਹੋਈਆਂ, ਤੁਹਾਨੂੰ ਕੀ ਲੱਗਦਾ ਵੀ ਇਹ ਚੰਨੀ ਸਰਕਾਰ ਨੇ, ਕਿਉਂਕਿ ਇਹ ਤਾਂ ਮੁੱਖ ਮੰਤਰੀ ਔਰ ਪੰਜਾਬ ਜੋ ਪ੍ਰਧਾਨ ਨੇ ਸਿੱਧੂ ਸਾਹਿਬ, ਇਹਨਾਂ ਨੇ ਮਿਲ ਕੇ ਲੈਣੇ ਸੀ ਡਿਸੀਜਨ, ਪਰ ਹਾਈ ਕਮਾਂਡ ਲੈ ਲੈਂਦੀ ਹੈ ਅਤੇ ਜਦੋਂ ਗੱਲ ਆਉਂਦੀ ਹੈ ਆਮ ਆਦਮੀ ਪਾਰਟੀ ਦੀ ਜਾਂ ਹੋਰ, ਤਾਂ ਫਿਰ ਗੱਲ ਇਹ ਕਹੀ ਜਾਂਦੀ ਹੈ ਵੀ ਆਮ ਆਦਮੀ ਪਾਰਟੀ ਦੇ ਸਾਰੇ ਫੈਸਲੇ ਤਾਂ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਕਰਦੇ ਨੇ। ਪਰ ਹੁਣ ਇੱਥੇ ਕਿਹੜਾ ਆਜ਼ਾਦੀ ਦੀ ਗੱਲ ਹੈ, ਇੱਥੇ ਕਿਹੜਾ ਕੋਈ ਖੁਦਮੁਖਤਿਆਰੀ ਦਿੱਤੀ ਗਈ ਹੈ? ਦੇਖੋ, ਤੁਸੀਂ ਪੰਜਾਬ ਦੀ ਰਾਜਨੀਤੀ ਨੂੰ ਦੇਖ ਲਓ ਜਾਂ ਕੇਂਦਰ ਦੀ ਰਾਜਨੀਤੀ ਨੂੰ ਦੇਖ ਲਓ, ਚਾਹੇ ਰੀਜਨਲ ਪਾਰਟੀਜ਼ ਹੋਣ, ਜੇ ਅਕਾਲੀ ਦਲ ਹੈ ਤਾਂ ਉਹਦੇ ਸਾਰੇ ਫੈਸਲੇ ਬਾਦਲ ਪਰਿਵਾਰ ਨੇ ਲੈਣੇ ਆ, ਜੇ ਕਾਂਗਰਸ ਹੈਗੀ ਹੈ ਤਾਂ ਉਹਦੇ ਸਾਰੇ ਫੈਸਲੇ ਜਿਹੜੇ ਗਾਂਧੀ ਪਰਿਵਾਰ ਲੈਂਦਾ ਹੈਗਾ, ਅਗਰ ਸਮਾਜਵਾਦੀ ਪਾਰਟੀ ਹੈਗੀ ਹੈ ਤਾਂ ਪਹਿਲਾਂ ਮੁਲਾਇਮ ਸਿੰਘ ਯਾਦਵ ਲੈਂਦੇ ਸੀਗੇ ਸਾਰੇ ਪਾਰਟੀ, ਅਤੇ ਹੁਣ ਦੂਸਰੇ ਉਹਨਾਂ ਦੇ ਬੇਟੇ ਲੈਂਦੇ ਨੇ ਅਖਿਲੇਸ਼ ਯਾਦਵ। ਜਨਤਾ ਦਲ ਯੂਨਾਈਟਡ ਨੂੰ ਦੇਖ ਲਓ, ਸਾਰੇ ਫੈਸਲੇ ਨਿਤੀਸ਼ ਕੁਮਾਰ ਲੈਂਦੇ ਨੇ। ਕਿਸੇ ਨਾ ਕਿਸੇ ਜਿਹੜਾ ਹਾਈ ਕਮਾਂਡ ਕਲਚਰ ਹੈਗਾ ਹੈ ਉਹ ਸਾਡੇ ਦੇਸ਼ ਦੀ ਰਾਜਨੀਤੀ ਦੇ ਵਿੱਚ ਹੈ। ਅਗਰ BJP ਦਾ ਫੈਸਲਾ ਲੈਣਾ ਹੈ ਤਾਂ ਵੀ ਨੈਚੁਰਲੀ ਉਹ ਕੇਂਦਰ ਦੀ ਹਾਈ ਕਮਾਂਡ ਹੀ ਲੈਂਦੀ ਹੈ। ਇਹ ਤਾਂ ਮਹਿਜ਼ ਇੱਕ ਕਹਿਣ ਦੀ ਗੱਲ ਹੁੰਦੀ ਹੈ ਕਿ ਅਸੀਂ ਲੋਕਤੰਤਰ ਦੇ ਵਿੱਚ ਫੈਸਲੇ ਜਿਹੜੇ ਲੋਕਾਂ ਦੁਆਰਾ ਚੁਣੇ ਹੋਏ ਪ੍ਰਤੀਨਿਧੀ ਲੈਂਦੇ ਨੇ, ਲੇਕਿਨ ਪਾਰਟੀਆਂ ਦੇ ਸਿਸਟਮ ਨੂੰ, ਪਾਰਟੀ ਨੂੰ ਡਿਸਿਪਲਿਨ ਦੇ ਵਿੱਚ ਰੱਖਣ ਲਈ ਹਾਈ ਕਮਾਂਡ ਦਾ ਕਿਤੇ ਨਾ ਕਿਤੇ ਪ੍ਰੈਸ਼ਰ ਹੁੰਦਾ ਹੈ, ਔਰ ਹਾਈ ਕਮਾਂਡ ਕਿਤੇ ਨਾ ਕਿਤੇ ਆਪਣੇ ਸਿਸਟਮ ਦੇ ਮੁਤਾਬਿਕ, ਚਾਹੇ ਉਹਨਾਂ ਨੇ ਜਾਤ ਪਾਤ ਦਾ ਸਿਸਟਮ ਦੇਖਣਾ ਹੋਵੇ, ਚਾਹੇ ਧਰਮ ਦਾ, ਨਸਲ ਦਾ, ਖੇਤਰਵਾਦ ਦਾ ਸਿਸਟਮ ਦੇਖਣਾ ਹੋਵੇ, ਉਹ ਵੱਡੇ ਪੱਧਰ 'ਤੇ ਜਾ ਕੇ ਕਿਸੇ ਨਾ ਕਿਸੇ ਤਰ੍ਹਾਂ ਮੈਨੇਜ ਕਰਦੇ ਨੇ ਸਰਕਾਰਾਂ ਨੂੰ, ਔਰ ਇਹ ਅੱਜ ਵੀ ਹੁੰਦਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੁੰਦਾ ਰਹੇਗਾ। ਜੇ ਫੈਸਲੇ ਉਹਨਾਂ ਨੇ ਲੈਣੇ ਆ, ਫਿਰ ਇਹ ਜਿਹੜੀਆਂ ਪ੍ਰਧਾਨਗੀਆਂ ਦਿੱਤੀਆਂ ਜਾਂਦੀਆਂ ਜਾਂ ਮੁੱਖ ਮੰਤਰੀ ਬਦਲੇ ਜਾਂਦੇ ਨੇ, ਫਿਰ ਇਹਨਾਂ ਨੂੰ ਡੰਮੀ ਮੰਤਰੀ ਜਾਂ ਡੰਮੀ ਆਪਾਂ ਪ੍ਰਧਾਨ ਕਹਿ ਲਈਏ? ਫਿਰ ਨਹੀਂ, ਆਪਾਂ ਡੰਮੀ ਮੰਤਰੀ ਜਾਂ ਡੰਮੀ ਪ੍ਰਧਾਨ ਨਹੀਂ ਕਹਿ ਸਕਦੇ। ਜਿਵੇਂ ਸਾਡਾ ਪਰਿਵਾਰ ਹੈ, ਦੇਖੋ, ਜਦੋਂ ਸੰਯੁਕਤ ਪਰਿਵਾਰ ਹੁੰਦਾ ਹੈ, ਸੰਯੁਕਤ ਪਰਿਵਾਰ ਦੇ ਵਿੱਚ ਫੈਸਲੇ ਜਿਹੜੇ ਆਮ ਤੌਰ 'ਤੇ ਵੱਡੇ ਬਜ਼ੁਰਗ ਲੈਂਦੇ ਨੇ। ਜਦੋਂ ਪਰਿਵਾਰ ਟੁੱਟਦਾ ਹੈ ਜਾਂ ਇਕੱਲਾ ਛੋਟਾ ਪਰਿਵਾਰ ਹੋ ਜਾਂਦਾ ਹੈ, ਉਹਦੇ ਵਿੱਚ ਕੋਈ ਡਿਸਪਿਊਟ ਹੁੰਦਾ ਹੈਗਾ, ਤਾਂ ਨੈਚੁਰਲੀ ਉਹ ਵੀ ਕਿਸੇ ਨਾ ਕਿਸੇ ਨੂੰ ਅਪਰੋਚ ਕਰਦਾ, ਯਾਰ ਸਾਡੇ ਕੋਈ ਨਾ ਕੋਈ ਬਜ਼ੁਰਗ, ਚਾਚੇ ਤਾਏ, ਜਾਂ ਉਹਦੀ ਅਸੀਂ ਗੱਲ ਮੰਨ ਲਈਏ। ਉਹ ਸੇਮ ਸਿਸਟਮ ਪਾਰਟੀਆਂ ਦੇ ਵਿੱਚ ਚੱਲਦਾ ਹੈਗਾ। ਪਰ ਹੁਣ ਸਮੱਸਿਆ ਕੀ ਹੈ ਕਿ ਅਸੀਂ ਰਾਜਨੀਤੀ ਤੋਂ ਫੌਰੀ ਹੱਲ ਚਾਹੁੰਦੇ ਹਾਂ। ਹੱਲ ਵੀ ਅਸੀਂ ਉਸ ਸਮੇਂ ਤੋਂ ਚਾਹੁੰਦੇ ਹਾਂ ਜਿਹੜਾ ਸਿਸਟਮ ਸੈਟਅਪ ਹੋਇਆ ਹੈ। ਇਹ ਸਿਸਟਮ ਸੈਟਅਪ ਸਿਸਟਮ ਦੇ ਵਿੱਚੋਂ ਹੱਲ ਲੱਭਣਾ ਬਹੁਤ ਔਖਾ ਹੈ, ਕਿਉਂਕਿ ਜੋ ਜ਼ਮਾਨਾ ਹੁਣ ਪਿਛਲੇ 8-10 ਸਾਲਾਂ ਤੋਂ ਆ ਰਿਹਾ ਹੈਗਾ, ਜਿੰਨਾ ਬੱਚਾ, ਜਿੰਨਾ ਨੌਜਵਾਨ ਔਰ ਜਿੰਨਾ ਵੋਟਰ ਸਿਆਣਾ ਹੋ ਰਿਹਾ ਹੈਗਾ, ਉਹਨੂੰ ਪਤਾ ਹੈ ਵੀ ਵਿਦੇਸ਼ ਦੇ ਵਿੱਚ ਕੀ ਹੋ ਰਿਹਾ ਹੈਗਾ, ਮੈਂ ਅਤੇ ਮੇਰੇ ਦੇਸ਼ ਦੇ ਵਿੱਚ ਕੀ ਹੋ ਰਿਹਾ ਹੈਗਾ। ਤਾਂ ਉਹਦੀ ਆਸ ਦੇ ਵਿੱਚ ਉਹ ਆਸ ਵੱਧ ਲੈ ਕੇ ਬੈਠਾ। ਉਹ ਪ੍ਰੈਸ਼ਰ ਵੀ ਜਿਹੜੀ ਨਵੀਂ ਪੀੜ੍ਹੀ ਦੀ ਰਾਜਨੀਤੀ ਹੈਗੀ ਹੈ ਔਰ ਨਵੀਂ ਪੀੜ੍ਹੀ ਦੇ ਰਾਜਨੇਤਾ ਹੈਗੇ ਨੇ, ਉਹਨਾਂ ਦੇ ਉੱਤੇ ਪ੍ਰੈਸ਼ਰ ਐਗਜ਼ਿਸਟ ਕਰਦਾ ਹੈਗਾ। ਤਾਂ ਇਸ ਪ੍ਰੈਸ਼ਰ ਨੂੰ ਤੋੜਨ ਦੇ ਲਈ, ਇਸ ਪ੍ਰੈਸ਼ਰ ਦੇ ਨਾਲ ਚੱਲਣ ਦੇ ਲਈ ਕਿਤੇ ਨਾ ਕਿਤੇ ਜਿਹੜੀ ਨਵੀਂ ਲੀਡਰਸ਼ਿਪ ਹੈਗੀ ਹੈ ਉਹ ਵੀ ਫੌਰੀ ਤੌਰ 'ਤੇ ਹੱਲ ਚਾਹੁੰਦੀ ਹੈ, ਜੋ ਰਾਜਨੀਤੀ ਦੇ ਵਿੱਚ ਸੰਭਵ ਨਹੀਂ ਹੈ। ਪਰ ਹੁਣ ਲੋਕ ਤੇ ਜਿਹੜਾ ਸਟੈਪ ਸਿੱਧੂ ਸਾਹਿਬ ਚੱਕ ਲੈਂਦੇ ਨੇ, ਕਿਉਂਕਿ ਉਹ ਲੋਕ ਦੇਖਦੇ ਸੀ ਵੀ ਹਾਂ ਯਾਰ ਵਧੀਆ CM ਮਿਲਿਆ ਸਾਨੂੰ, ਸਧਾਰਨ ਹੈਗੇ ਨੇ, ਪਰ ਹੁਣ ਲੋਕ ਕਹਿੰਦੇ ਵੀ ਇਹ ਤਾਂ ਇੱਕ ਡਰਾਮਾ। ਲੋਕ ਕਹਿੰਦੇ ਵੀ ਜਿਹੜੇ ਔਰਤਾਂ ਲਈ ਸੀਰੀਅਲ ਬਣਾਉਂਦੇ ਆ ਨਾ ਡਾਇਰੈਕਟਰ, ਬਈ ਸ਼ਾਇਦ ਉਹਨਾਂ ਨੇ ਵੀ ਹੁਣ ਅਸਤੀਫੇ ਦੇ ਦੇਣੇ, ਬਈ ਯਾਰ ਆਪਾਂ ਨਹੀਂ ਕਰ ਸਕਦੇ, ਸਾਡੀਆਂ TRP ਡਾਊਨ ਹੋ ਗਈ, ਆ ਰਾਜਨੀਤਿਕ ਲੀਡਰ ਬਥੇਰਾ ਵਧੀਆ ਡਰਾਮਾ ਕਰ ਲੈਂਦੇ ਨੇ। ਨਹੀਂ, ਦੇਖੋ, ਰਾਜਨੀਤੀ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ ਜਾਂ ਸਿਸਟਮ ਦੇ ਵਿੱਚ ਜਾਂ ਵੈਸੇ ਜਿਹੜਾ ਅਸੀਂ ਫਿਲਮੀ ਕਲਚਰ ਹੈਗਾ, ਉਹ ਵੀ ਇੱਕ ਸਾਰਾ ਸਕ੍ਰਿਪਟ ਤਿਆਰ ਹੁੰਦੀ ਹੈ। ਕਈ ਵਾਰੀ ਤੁਹਾਨੂੰ ਕੀ ਹੁੰਦਾ ਹੈ, ਰਾਜਨੀਤੀ ਨੂੰ, ਕਿਉਂਕਿ ਰਾਜਨੀਤੀ ਦੇ ਉੱਤੇ ਹੀ ਸਾਰਾ ਨਿਰਭਰ ਕਰਦਾ ਹੈਗਾ, ਰਾਜਨੀਤੀ ਹੀ ਸਾਰੀਆਂ ਚੀਜ਼ਾਂ ਦੀ ਹੱਲ ਹੈਗੀ ਆ। ਅਗਰ ਸੱਤਾ ਤੁਸੀਂ ਪ੍ਰਾਪਤੀ ਕਰਨੀ ਹੈ ਤਾਂ ਤੁਹਾਨੂੰ ਰਾਜਨੀਤੀ ਦੇ ਵਿੱਚ ਆਉਣਾ ਪੈਣਾ ਹੈਗਾ। ਹੁਣ ਇਹ ਘਟਨਾਕ੍ਰਮ ਇੰਨੀ ਤੇਜ਼ੀ ਨਾਲ ਹੋਇਆ ਕਿਉਂਕਿ ਸਿੱਧੂ ਸਾਹਿਬ ਪਿਛਲੇ 5-6 ਦਿਨਾਂ ਤੋਂ ਬੜੇ ਨਮੋਸ਼ੀ ਭਰੇ ਹਾਲਾਤ ਵਿੱਚ ਸੀਗੇ। ਉਹਨਾਂ ਨੇ ਇਹ ਦੇਖਿਆ ਕਿ ਜਿਹੜੀ ਕੈਬਨਿਟ ਦੀ ਬਣਤਰ ਹੈ, ਜਦੋਂ ਉਹ ਪਹਿਲਾਂ CM ਸਹੁੰ ਚੁੱਕਣ ਤੋਂ ਬਾਅਦ ਜਾਂਦੇ ਨੇ ਅਤੇ ਦਿੱਲੀ ਹਾਈ ਕਮਾਂਡ ਦੀ ਜਿਹੜੀ ਮੀਟਿੰਗ ਹੁੰਦੀ ਹੈ ਉਹ ਮੈਡਮ ਅੰਬਿਕਾ ਸੋਨੀ ਦੇ ਘਰੇ ਹੁੰਦੀ ਹੈ। ਅੰਬਿਕਾ ਸੋਨੀ ਨੂੰ ਮਿਲਦੇ ਨੇ ਉਹ, ਤਾਂ ਉੱਥੇ ਉਹਨਾਂ ਨੂੰ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਹੈ ਵੀ ਮੇਰਾ ਜਿਹੜਾ ਜਿੰਨਾ ਦਬਦਬਾ ਸੀ, ਮੈਂ ਕੈਬਨਿਟ ਦੇ ਵਿੱਚ ਜੋ ਚਿਹਰੇ ਮੈਂ ਚਾਹੁੰਦਾ ਸੀ ਉਹ ਸ਼ਾਇਦ ਨਹੀਂ ਆਉਂਦੇ। ਉਹ ਫਿਰ ਪਿੱਛੇ ਹਟਦੇ ਨੇ। ਉਸ ਤੋਂ ਬਾਅਦ ਮਨਪ੍ਰੀਤ ਬਾਦਲ ਦੀ ਐਂਟਰੀ ਹੁੰਦੀ ਹੈ। ਮਨਪ੍ਰੀਤ ਬਾਦਲ ਕਾਫੀ ਹੱਦ ਤੱਕ ਕੈਪਟਨ ਲੌਬੀ ਦੀ ਸਪੋਰਟ ਕਰਦੇ ਹੋਏ ਉਹਨਾਂ ਮੰਤਰੀਆਂ ਨੂੰ ਲੈ ਕੇ ਆਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਜਿਹੜੇ ਪਹਿਲਾਂ
ਕੈਬਨਿਟ ਦੇ ਵਿੱਚ ਸੀਗੇ। ਜਿਵੇਂ ਅਰੁਣਾ ਚੌਧਰੀ ਦਾ, ਜੋ ਕਿ ਚੰਨੀ ਦੀ CM ਸਾਹਿਬ ਦੀ ਰਿਸ਼ਤੇਦਾਰ ਵੀ ਹੈਗੀ ਆ, ਉਹਨਾਂ ਦਾ ਵੀ ਬੜਾ ਪਿੱਛੇ ਡਿਸਪਿਊਟ ਚੱਲਦਾ ਰਿਹਾ ਹੈਗਾ ਕਿ ਉਹ ਕਿਸ ਤਰ੍ਹਾਂ ਟਰਾਂਸਫਰ ਕਰਦੇ ਸੀਗੇ, ਕੌਣ ਉਹਨਾਂ ਦੇ ਹਸਬੈਂਡ ਕਿਵੇਂ ਇੰਟਰਫੇਅਰ ਕਰਦੇ ਸੀਗੇ, ਉਹਨਾਂ ਦੀ ਕਾਰਗੁਜ਼ਾਰੀ ਤੋਂ ਕਿੰਨੇ ਕੁ ਲੋਕ ਖੁਸ਼ ਸੀਗੇ, ਕੀ ਸਿਸਟਮ ਸੀਗਾ। ਇੱਦਾਂ ਹੀ ਵਿਜੇ ਇੰਦਰ ਸਿੰਗਲਾ ਦਾ ਨਿਤ ਨਵੇਂ ਦਿਨ ਕੋਈ ਨਾ ਕੋਈ ਵੀਡੀਓ ਆਈ ਰਹਿੰਦੀ ਸੀਗੀ। ਜਾਂ ਬ੍ਰਹਮ ਮਹਿੰਦਰਾ, ਜਿਹੜੇ ਕੈਪਟਨ ਦੇ ਬਹੁਤ ਲੰਮੇ ਸਮੇਂ ਤੋਂ ਬਹੁਤ ਚੰਗੇ ਸਾਥੀ ਰਹੇ ਨੇ, ਬਹੁਤ ਭਰੋਸੇਯੋਗ ਸਾਥੀ ਰਹੇ ਨੇ। ਅਤੇ ਇਹ ਸਾਰੀਆਂ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਸਿੱਧੂ ਸਾਹਿਬ ਨੂੰ ਲੱਗਿਆ ਵੀ ਨਹੀਂ, ਜੋ ਮੈਂ ਚਾਹੁੰਦਾ ਸੀਗਾ ਜਾਂ ਜੋ ਜਿਸ ਕਮਿਟਮੈਂਟ ਦੇ ਨਾਲ ਉਹਨਾਂ ਨੇ ਅੱਗੇ ਹੋ ਕੇ CM ਬਦਲਾਇਆ ਜਾਂ ਸੱਤਾ ਦਾ ਪਲਟਾ ਪੰਜਾਬ ਦੇ ਵਿੱਚ ਦਿੱਤਾ, ਉਹ ਪੂਰਾ ਨਹੀਂ ਹੋਣਾ। ਥੋੜ੍ਹਾ ਜਿਹਾ ਉਹ ਪਿੱਛੇ ਜਾਂਦੇ ਆ। ਪਿੱਛੇ ਜਾਣ ਤੋਂ ਬਾਅਦ ਕੈਬਨਿਟ ਦੇ ਜਦੋਂ ਮੰਤਰਾਲੇ ਵੰਡੇ ਜਾਂਦੇ ਨੇ, ਫਿਰ ਦਿੱਕਤ ਹੁੰਦੀ ਹੈ। ਫਿਰ ਜਦੋਂ DGP ਨੂੰ ਲਾਇਆ ਜਾਂਦਾ ਹੈਗਾ ਔਰ ਦੂਸਰਾ ਐਡਵੋਕੇਟ ਜਨਰਲ ਨੂੰ ਲਾਇਆ ਜਾਂਦਾ ਹੈਗਾ, ਉਹ ਤਾਂ ਫਿਰ ਇੱਕ ਸੈਲਫ ਗੋਲ ਸੀ ਜਿਹੜਾ ਉਹ ਚੰਨੀ ਸਰਕਾਰ ਦੀ ਗੌਰਮੈਂਟ ਨੇ ਕੀਤਾ। ਕਿਉਂਕਿ ਜਦੋਂ ਹੁਣ ਜਿਸ ਗੱਲ ਦੀ ਲੜਾਈ, ਬੇਅਦਬੀ ਕਾਂਡ ਦੀ ਲੜਾਈ ਜਾਂ ਚੰਗੇ ਪ੍ਰਸ਼ਾਸਨ ਦੀ ਲੜਾਈ ਅਸੀਂ ਲੜਨੀ ਸੀ, ਉਹਦੇ ਵਿੱਚ ਕਿਤੇ ਨਾ ਕਿਤੇ ਸਾਡੇ ਉੱਤੇ ਸਵਾਲ ਉੱਠਦਾ ਹੈਗਾ। ਅਤੇ ਹੁਣ ਤੁਹਾਨੂੰ ਲੱਗਦਾ ਵੀ ਜਿਹੜੇ AG ਦੀ ਜਾਂ ਜਿਵੇਂ ਨਿਯੁਕਤੀ ਹੁੰਦੀ ਹੈ ਜਾਂ DGP ਦੀ ਹੁੰਦੀ ਹੈ, ਵੀ ਇਹ ਨਹੀਂ ਕਰਨੀ ਚਾਹੀਦੀ ਸੀ ਚੰਨੀ ਸਰਕਾਰ ਦਾ ਗਲਤ ਫੈਸਲਾ? ਬੇਸ਼ੱਕ ਉਹਨਾਂ ਨੇ ਆਪਣੇ ਸਮਾਜ ਨੂੰ ਵੀ ਧਿਆਨ ਦੇ ਵਿੱਚ ਰੱਖਿਆ, ਸੋਤਾ ਸਾਹਿਬ ਨੂੰ ਲਗਾ ਕੇ, ਪਰ ਇਹ ਫੈਸਲਾ ਨਹੀਂ ਠੀਕ ਹੈਗਾ। ਦੇਖੋ, ਚੰਨੀ ਸਾਹਿਬ ਦਾ ਇਸ ਸਮੇਂ ਇਹ ਨਜ਼ਰੀਆ ਸੀਗਾ, ਕਿਉਂਕਿ ਚੰਨੀ ਸਾਹਿਬ ਖਾਲੀ CMਸ਼ਿਪ ਨਹੀਂ ਦੇਖਣੀ ਉਹਨਾਂ ਨੇ। ਉਹਨਾਂ ਨੂੰ ਇਹ ਸੀ ਵੀ ਕੱਲ੍ਹ ਨੂੰ, ਅੱਜ ਮੈਂ ਪਹਿਲੀ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਿਆ ਅਨੁਸੂਚਿਤ ਜਾਤੀ ਦੇ ਵਿੱਚੋਂ, ਤਾਂ ਕੱਲ੍ਹ ਨੂੰ ਮੇਰਾ ਸਮਾਜ ਕਿਤੇ ਮੈਨੂੰ ਕੁਐਸਚਨ ਨਾ ਕਰੇ ਕਿ ਜੀ ਤੁਸੀਂ ਆਪਣੇ ਸਮੇਂ ਦੇ ਵਿੱਚ ਆਪਣੇ ਸਮਾਜ ਦੇ ਆਫਿਸਰਾਂ ਨੂੰ ਅੱਗੇ ਲੈ ਕੇ ਨਹੀਂ ਆ ਸਕੇ। ਸਮਾਜ ਦੇ ਵਿੱਚ ਹੋਰ ਵੀ ਹੋ ਸਕਦੇ ਨੇ, ਅਤੇ ਕੀ ਦਾਗੀ ਨੂੰ ਹੀ ਜਿਹਦੇ 'ਤੇ ਇਲਜ਼ਾਮ ਹੈ ਉਹਨੂੰ ਇਹ ਲੈ ਕੇ ਆਉਣਾ ਜ਼ਰੂਰੀ? ਇਹ ਕਿਤੇ ਨਾ ਕਿਤੇ ਚੰਨੀ ਸਾਹਿਬ ਦੀ ਜਿਹੜੀ ਰਣਨੀਤੀ ਹੈ, ਜਿੱਥੋਂ ਅਸੀਂ ਬੜੇ ਧਿਆਨ ਨਾਲ ਦੇਖੀਏ, ਕਿਉਂਕਿ ਚਟੋਪਾਧਿਆਏ ਸਾਹਿਬ ਬਹੁਤ ਇਮਾਨਦਾਰ ਅਫਸਰ ਗਣੇ ਗਏ ਨੇ। ਅਗਰ ਉਹਨਾਂ ਦੀ ਰਿਕਮੈਂਡੇਸ਼ਨ ਹੋ ਜਾਂਦੀ ਤਾਂ ਕਿਤੇ ਨਾ ਕਿਤੇ ਇਹ ਭਰਪਾਈ ਹੋ ਸਕਦੀ ਸੀਗੀ। ਪਰ ਸਿੱਧੂ ਸਾਹਿਬ ਨੇ ਜਦੋਂ ਦੇਖਿਆ ਵੀ ਉਹਨਾਂ ਨੇ DGP ਵੀ ਆਪਣੀ ਮਰਜ਼ੀ ਦੇ ਨਾਲ ਲਗਾਇਆ ਅਤੇ ਐਡਵੋਕੇਟ ਜਨਰਲ ਵੀ ਆਪਣੀ ਮਰਜ਼ੀ, ਔਰ ਉਹ ਬੰਦੇ ਲਗਾ ਲਏ ਜਿਹੜੇ ਬਰਗਾਰੀ ਕਾਂਡ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੂਸਰੇ ਜਿਹੜੇ ਮੁਜਰਮ ਹੈਗੇ ਸੀਗੇ ਉਹਨਾਂ ਨੂੰ ਡਿਫੈਂਡ ਕਰਦੇ ਰਹੇ ਨੇ। ਇਨਵੈਸਟੀਗੇਸ਼ਨ ਦੇ ਵਿੱਚ ਸੋਤਾ ਸਾਹਿਬ ਨੇ ਬਿਲਕੁਲ ਹੀ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਸੀਗੀ। ਤਾਂ ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਿਆ ਵੀ ਜਿਹੜੇ ਕੁਐਸਚਨਾਂ ਦੇ ਪਿੱਛੇ ਕੈਪਟਨ ਸਰਕਾਰ ਦੇ ਖਿਲਾਫ ਮੈਂ ਝੰਡਾ ਬਰਦਾਰ ਬਣਿਆ, ਕੈਪਟਨ ਨੂੰ ਰਾਜਗੱਦੀ ਤੋਂ ਥੱਲੇ ਲਾਇਆ, ਇੰਨਾ ਵੱਡਾ ਵਿਰੋਧ ਕਰਿਆ ਹਾਈ ਕਮਾਂਡ ਦੇ ਵਿੱਚ ਜਾ ਕੇ, ਔਰ ਲੰਮੇ ਸਮੇਂ ਤੋਂ ਲਗਭਗ 50 ਸਾਲਾਂ ਤੋਂ ਰਾਜਨੀਤੀ ਦੇ ਵਿੱਚ ਜਿਹੜਾ ਕੈਪਟਨ ਪਰਿਵਾਰ ਦਾ ਦਬਦਬਾ ਸੀਗਾ ਉਹਨੂੰ ਖਤਮ ਕੀਤਾ ਹੈ। ਵੀ ਉਹ ਕਿਤੇ ਨਾ ਕਿਤੇ ਮੇਰੀ ਐਡੀ ਜਿਹੜੀ ਲੜਾਈ ਸੀਗੀ ਉਹ ਕਿਤੇ ਨਾ ਕਿਤੇ ਉਰੇ ਆ ਕੇ ਜਿਹੜੀ ਇਹਨਾਂ ਨੇ ਬਿਲਕੁਲ ਖਤਮ ਕਰ ਦਿੱਤੀ ਹੈ। ਜਿਵੇਂ ਚੰਨੀ ਸਾਹਿਬ ਨੂੰ ਖੁਦ ਰਿਕਮੈਂਡ ਕਰ ਦਿੰਦੇ ਨੇ ਨਵਜੋਤ ਸਿੰਘ ਸਿੱਧੂ, ਸੁੱਖੀ ਰੰਧਾਵਾ ਦੇ ਨਾਂ 'ਤੇ ਇਤਰਾਜ਼ ਹੁੰਦਾ ਹੈ, ਚਰਨਜੀਤ ਸਿੰਘ ਚੰਨੀ ਦਾ ਸਵਾਗਤ ਕੀਤਾ ਜਾਂਦਾ ਹੈ, ਤਾਂ ਹੁਣ ਕੀ ਸਿੱਧੂ ਇਹ ਮਹਿਸੂਸ ਕਰ ਰਹੇ ਹੋਣਗੇ ਵੀ ਯਾਰ ਚੰਨੀ ਨੂੰ ਬਣਾ ਕੇ ਮੈਂ ਤਾਂ ਆਪਣੇ ਪੈਰਾਂ ਦੇ ਉੱਤੇ ਕੁਹਾੜੀ ਮਾਰ ਲਈ? ਨਹੀਂ, ਦੇਖੋ, ਚੰਨੀ ਸਾਹਿਬ ਦੇ ਨਾਲ ਉਹਨਾਂ ਦੇ ਕਿੰਨੇ ਡਿਫਰੈਂਸਿਸ ਨੇ ਹਲੇ ਸਮੇਂ ਦੇ ਗਰਭ ਦੇ ਵਿੱਚ ਹੈ। ਲੇਕਿਨ ਸਭ ਤੋਂ ਵੱਡੀ ਗੱਲ ਹੈ ਵੀ ਚੰਨੀ ਸਾਹਿਬ ਨੇ ਕੇਵਲ ਇਕੱਲੇ ਹੀ ਚੰਨੀ ਸਾਹਿਬ ਨੇ ਕੈਬਨਿਟ ਨਹੀਂ ਨਾ ਤਿਆਰ ਕੀਤੀ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਤਰ੍ਹਾਂ ਕੈਪਟਨ ਲੌਬੀ ਵੀ ਕੰਮ ਕਰਦੀ ਸੀਗੀ, ਹਾਈ ਕਮਾਂਡ ਦਾ ਵੀ ਅਸਰ ਸੀਗਾ। ਜਿਹੜੇ ਹੋਰ ਪੰਜਾਬ ਦੇ ਰਾਜਨੀਤਿਕ ਧਨਾੜ ਪਰਿਵਾਰ ਨੇ, ਕਾਂਗਰਸ ਦੇ ਵਿੱਚੋਂ ਹੀ ਹੈਗੇ ਨੇ, ਲੰਮੇ ਸਮੇਂ ਤੋਂ ਨੇ, ਉਹਨਾਂ ਦਾ ਵੀ ਹਿੱਸਾ ਸੀਗਾ। ਅਤੇ ਕਿਤੇ ਨਾ ਕਿਤੇ ਉਹ ਸਾਰਾ ਜਿਹੜਾ ਕੈਬਨਿਟ ਦੇ ਵਿੱਚ ਜਿਸ ਸਮੇਂ ਮਸਲਾ ਹੱਲ ਹੋ ਗਿਆ, ਜਿਸ ਸਮੇਂ ਬੰਟਾ ਧਾਰ ਹੋਇਆ ਕੈਬਨਿਟ ਦਾ, ਉਹ ਕਿਤੇ ਨਾ ਕਿਤੇ ਸਿੱਧੂ ਨੂੰ ਇਹ ਮਹਿਸੂਸ ਹੋਇਆ ਵੀ ਮੇਰੀ ਜਿਹੜੀ ਗੱਲ ਮੈਂ ਚਾਹੁੰਦਾ ਸੀਗਾ ਉਹ ਨਹੀਂ ਹੋਈ। ਤਾਂ ਇਕੱਲੇ ਚੰਨੀ ਸਾਹਿਬ ਦਾ ਕਸੂਰ ਨਹੀਂ, ਚੰਨੀ ਸਾਹਿਬ ਨੇ ਹੁਣ CM ਬਣ ਗਏ, ਉਹਨਾਂ ਨੇ ਤਾਂ ਇਹ ਦੇਖਣਾ ਕਿ ਮੈਂ ਆਪਣੀ ਕੈਬਨਿਟ ਕਿੱਦਾਂ ਚਲਾਉਣੀ ਹੈਗੀ ਆ। ਦੂਸਰੀ ਗੱਲ ਹੈ, ਚੰਨੀ ਸਾਹਿਬ ਨੇ 2-3 ਡਿਸੀਜਨ ਜਿਹੜੇ ਲਏ ਨੇ, ਅਸੀਂ ਦੇਖੀਏ, ਇੱਕ ਤਾਂ ਸਿਕਿਉਰਿਟੀ ਵਾਲਾ ਡਿਸੀਜਨ ਸੀਗਾ, ਉਹਨੂੰ ਬਹੁਤ ਸਰਾਹਿਆ ਗਿਆ। ਦੂਸਰੀ ਗੱਲ ਹੈ, ਚੰਨੀ ਸਾਹਿਬ ਨੇ ਇੱਕ ਆਮ ਵਿਅਕਤੀ ਦੀ ਤਰ੍ਹਾਂ ਜਦੋਂ ਬਠਿੰਡੇ ਜਾਂਦੇ ਆ, ਉਹ ਨਰਮੇ ਵਾਲੇ ਮਸਲੇ ਦੇ ਵਿੱਚ ਜਾਂਦੇ ਆ ਵੀ ਉੱਥੇ ਗੁਲਾਬੀ ਸੁੰਡੀ ਪੈ ਗਈ, ਉਹ ਰੰਧਾਵਾ ਸਾਹਿਬ ਨੂੰ ਨਾਲ ਲੈ ਕੇ ਜਾਂਦੇ ਆ। ਉੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਹਿਬ ਹੈ ਨਹੀਂ, ਉੱਥੇ ਵੀ ਚੰਨੀ ਸਾਹਿਬ ਦੀ ਵਾਹਵਾ ਹੁੰਦੀ ਹੈ। ਦੂਸਰੀ ਗੱਲ ਹੈ, ਚੰਨੀ ਸਾਹਿਬ ਨੇ ਇਹ ਕਹਿ ਦਿੱਤਾ ਕਿ ਹਰ ਹਫ਼ਤੇ ਕੈਬਨਿਟ ਦੀ ਮੀਟਿੰਗ ਹੋਏਗੀ, ਜਿਹੜੀ ਕਿ ਬਹੁਤ ਰਿਮਾਰਕੇਬਲ ਚੀਜ਼ ਸੀਗੀ। ਇੱਕ ਨਵਾਂ ਸੈਟਅਪ ਸੀਗਾ ਦੇਸ਼ ਦੀ ਰਾਜਨੀਤੀ ਦੇ ਵਿੱਚ। ਨਹੀਂ, ਆਮ ਤੌਰ 'ਤੇ ਜਿਹੜੀਆਂ ਕੈਬਨਿਟ ਦੀਆਂ ਮੀਟਿੰਗਾਂ ਹੁੰਦੀਆਂ ਨੇ ਸਰਕਾਰਾਂ ਦੀਆਂ, ਉਹ ਉਦੋਂ ਹੀ ਹੁੰਦੀਆਂ ਨੇ ਜਦੋਂ ਬਹੁਤ ਵੱਡੀਆਂ ਸਮੱਸਿਆਵਾਂ ਆ ਜਾਣ ਜਾਂ ਸੈਸ਼ਨ ਸ਼ੁਰੂ ਹੋਣਾ ਹੋਵੇ, ਉਸ ਤੋਂ ਪਹਿਲਾਂ ਕੁਝ ਰਣਨੀਤੀ ਤਿਆਰ ਕਰਨੀ ਹੋਵੇ। ਤੀਸਰੀ ਗੱਲ, ਚੰਨੀ ਸਾਹਿਬ ਨੇ ਇਹ ਕਹਿ ਦਿੱਤਾ ਕਿ ਜਿੰਨੇ ਵੀ ਪੰਜਾਬ ਦੇ ਨੁਮਾਇੰਦੇ ਨੇ, ਚਾਹੇ ਉਹ ਪੰਚ ਨੇ, ਚਾਹੇ ਸਰਪੰਚ ਨੇ, ਚਾਹੇ ਮਿਊਨਸੀਪਲ ਕੌਂਸਲਰ ਨੇ ਜਾਂ ਬਲਾਕ ਸੰਮਤੀ ਮੈਂਬਰ ਨੇ, ਕੰਸਰਨ SDM ਔਰ ਡਿਪਟੀ ਕਮਿਸ਼ਨਰ ਆ ਜਿਹੜੇ, ਉਹਨਾਂ ਦੇ ਪਾਸ ਬਣਾਉਣ ਤਾਂ ਕਿ ਉਹ ਸੈਕਟਰੀਏਟ ਆ ਕੇ ਮੈਨੂੰ ਹਰ ਹਫ਼ਤੇ ਮਿਲ ਸਕਣ। ਸੋ ਇਹ 3-4 ਲੋਕ ਲੁਭਾਵੀ ਡਿਸੀਜਨ ਜਾਂ ਲੋਕਤੰਤਰ ਦੇ ਹਿੱਤ ਵਾਲੇ ਜਿਹੜੇ ਫੈਸਲੇ ਸੀਗੇ ਚੰਨੀ ਸਾਹਿਬ ਦੇ, ਕਿਤੇ ਨਾ ਕਿਤੇ ਸਿੱਧੂ ਸਾਹਿਬ ਉਹਦੇ ਵਿੱਚੋਂ ਐਬਸੈਂਟ ਸੀਗੇ।
ਸਿੱਧੂ ਸਾਹਿਬ ਨੂੰ ਇਹ ਵੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਮੇਰੀ ਨੁਮਾਇੰਦਗੀ ਜਿਹੜੀ ਆ ਉਹ ਕਾਂਗਰਸ ਐਕਸੈਪਟ ਨਾ ਕਰੇ, ਚੰਨੀ ਸਾਹਿਬ ਦੀ ਪਪੂਲੈਰਿਟੀ ਹੋ ਜੇ। ਇਹ ਵੀ ਇੱਕ ਫੈਕਟਰ ਹੈ। ਸਿੱਧੂ ਦਾ ਭਵਿੱਖ ਕੀ ਹੈ? ਕਿਉਂਕਿ ਹੁਣ ਲਗਾਤਾਰ ਬਹੁਤ ਮਹੱਤਤਾ ਦੇ ਰਹੇ ਸੀਗੇ, ਨਵਜੋਤ ਸਿੰਘ ਸਿੱਧੂ ਹੋਰਾਂ ਕਰਕੇ ਕੈਪਟਨ ਨੂੰ ਬਦਲਣਾ ਪੈ ਗਿਆ, ਇੰਨੀ ਮਹੱਤਤਾ। ਅਤੇ ਨਵਜੋਤ ਸਿੰਘ ਸਿੱਧੂ ਹੀ ਪਹਿਲਾ ਮੁੱਦਾ ਬਣਾਉਂਦੇ ਨੇ, ਜਿਵੇਂ ਕਰਤਾਰਪੁਰ ਦੇ ਲਾਂਘੇ ਤੋਂ ਬਾਅਦ ਸਿੱਧੂ ਸਾਹਿਬ ਦੀ ਪਪੂਲੈਰਿਟੀ ਬਣੀ। ਪਰ ਹੁਣ ਨੌਨ ਸੀਰੀਅਸ ਨੇਤਾ ਕਹਿਣ ਲੱਗ ਗਏ ਨੇ, ਉਹਨਾਂ ਦੇ ਆਪਣੇ ਹੀ ਸਾਥੀ ਜਾਖੜ ਨੇ ਹਮਲਾ ਕਰ ਦਿੱਤਾ, ਮਨੀਸ਼ ਤਿਵਾੜੀ ਬੋਲੇ, ਹੋਰ ਵੀ ਕਈ ਜਿਹੜੇ ਹੈਗੇ ਲੀਡਰ ਬੋਲੇ। ਤਾਂ ਭਵਿੱਖ ਕੀ ਹੈ ਜੇ ਕਾਂਗਰਸ ਹੁਣ ਮਹੱਤਤਾ ਨਾ ਦੇ ਕੇ ਇਹ ਕਹਿ ਦਿੰਦੀ ਆ ਬਈ ਠੀਕ ਹੈ ਸਿੱਧੂ ਸਾਹਿਬ ਜੋ ਤੁਹਾਤੋਂ ਹੁੰਦਾ ਉਹ ਕਰ ਲਓ, ਅਤੇ ਫਿਰ ਸਿੱਧੂ ਦਾ ਭਵਿੱਖ ਕੀ ਹੈ? ਦੇਖੋ, ਇਸ ਸਮੇਂ ਪੰਜਾਬ ਦੇ ਵਿੱਚ ਨਵਜੋਤ ਸਿੱਧੂ ਦਾ ਭਵਿੱਖ ਹੈ ਜਿਹੜਾ ਉਹ ਪੋਜ਼ੀਟਿਵ ਪੱਖੀ ਹੋ ਸਕਦਾ ਹੈ, ਲੇਕਿਨ ਉਹਨਾਂ ਨੂੰ ਠਹਿਰਾਓ ਦੀ ਰਾਜਨੀਤੀ ਚਾਹੀਦੀ ਹੈ। ਆਪਣੇ ਚੈਨਲ 'ਤੇ ਆਪਾਂ ਇੱਕ ਵਾਰੀ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਇਲੈਕਸ਼ਨ ਜਿੱਤਣਾ, ਰਾਜਨੀਤੀ ਦੇ ਵਿੱਚ ਆਉਣਾ, ਰਾਜਨੀਤੀ ਤੋਂ ਬਾਅਦ ਸਿਆਸਤੀ ਬਣਨਾ, ਸਿਆਸਤੀ ਬਣਨ ਤੋਂ ਬਾਅਦ ਸਟੇਟਸਮੈਨ ਬਣਨਾ, ਉਹਦੇ ਲਈ ਤੁਹਾਨੂੰ ਠਹਿਰਾਓ ਦੀ ਬਹੁਤ ਜ਼ਰੂਰਤ ਹੈਗੀ ਹੈ, ਪੇਸ਼ੈਂਸ ਦੀ ਬਹੁਤ ਜ਼ਰੂਰਤ ਹੈਗੀ ਆ। ਹਰ ਫੈਸਲਾ ਜਿਹੜਾ ਹੈ ਉਹ ਇੱਕਦਮ ਤੇਜ਼ੀ ਨਾਲ ਨਹੀਂ ਲਿਆ ਜਾ ਸਕਦਾ, ਔਰ ਹਰ ਫੈਸਲੇ ਦੇ ਵਿੱਚੋਂ ਤੁਸੀਂ ਸੈਟਅਪ ਸਿਸਟਮ ਦਾ ਹੱਲ ਨਹੀਂ ਕੱਢ ਸਕਦੇ। ਸੱਤਾ ਤੁਹਾਡੇ ਕੋਲ ਹੈ, ਮੁੱਖ ਮੰਤਰੀ ਤੁਹਾਡੇ ਕਹਿਣ ਦੇ ਅਨੁਸਾਰ ਬਣਿਆ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਤੁਸੀਂ ਪ੍ਰਧਾਨ ਹੋ, ਹਾਈ ਕਮਾਂਡ ਤੁਹਾਡੀ ਮੰਨਦੀ ਹੈ। ਸਿੱਧੂ ਸਾਹਿਬ ਦੇ ਕੋਲ ਬਹੁਤ ਸੁਨਹਿਰੀ ਮੌਕਾ ਸੀ ਕਿ ਉਹ ਇਸ ਸਮੇਂ ਜੋ ਪੰਜਾਬ ਦੇ ਵਿੱਚ ਸਹੀ ਬਦਲਾਅ ਲੈ ਕੇ ਆਏ ਨੇ, ਤਾਂ ਉਹ ਪੂਰੇ ਦੇਸ਼ ਦੇ ਵਿੱਚ ਇਸ ਗੱਲ ਦਾ ਲਾਹਾ ਲੈਂਦੇ, ਕਾਂਗਰਸ ਦੇ ਸਟਾਰ ਕੰਪੇਨਰ ਬਣਦੇ ਕਿ ਪੰਜਾਬ ਨੇ ਉਹ ਬਦਲਾਅ ਕਰ ਦਿੱਤਾ ਜਿਹੜੀਆਂ 70 ਸਾਲ ਤੋਂ ਸਰਕਾਰਾਂ ਕਦੇ ਵੀ ਨਹੀਂ ਕਰ ਸਕੀਆਂ। ਚਾਹੇ ਉਹ ਸਰਕਾਰਾਂ ਕਾਂਗਰਸ ਦੀਆਂ ਸੀਗੀਆਂ, ਚਾਹੇ ਉਹ ਸਰਕਾਰਾਂ ਸਮਾਜਵਾਦੀ ਪਾਰਟੀ ਦੀਆਂ ਸੀਗੀਆਂ, ਜਾਂ ਜਨਤਾ ਦਲ ਦੀ ਸੀਗੀਆਂ, ਜਾਂ BJP ਦੀਆਂ ਸੀਗੀਆਂ, ਇਹ ਕਦੇ ਵੀ ਇਹ ਬਦਲਾਅ ਨਹੀਂ ਕਰ ਸਕੀਆਂ ਕਿ ਇੱਕ ਅਨੁਸੂਚਿਤ ਜਾਤੀ ਉਮੀਦਵਾਰ ਨੂੰ ਤੁਸੀਂ CM ਬਣਾ ਦਿੱਤਾ ਸਿਵਾਏ BSP ਦੇ। ਸੋ ਸਿੱਧੂ ਸਾਹਿਬ ਔਰ ਕਾਂਗਰਸ ਪੂਰੇ ਦੇਸ਼ ਦੇ ਵਿੱਚ ਇਹਦਾ ਲਾਹਾ ਲੈ ਸਕਦੇ ਸੀ। ਇਸ ਸਮੇਂ ਨੁਕਸਾਨ ਕੇਵਲ ਪੰਜਾਬ ਦਾ ਨਹੀਂ ਹੈ। ਮੈਂ ਇਹ ਸੋਚਦਾ ਹਾਂ ਵੀ ਇਸ ਸਮੇਂ ਨੁਕਸਾਨ ਜੋ ਮੋਦੀ ਸਰਕਾਰ ਦੇ ਖਿਲਾਫ ਕਾਂਗਰਸ ਦੀ ਇੱਕ ਤਕੜੀ ਰਣਨੀਤੀ ਹੋਣੀ ਚਾਹੀਦੀ ਸੀਗੀ, ਦੇਸ਼ ਦੇ ਵਿੱਚ ਇੱਕ ਅੱਛਾ ਮੈਸੇਜ ਜਾਣਾ ਸੀਗਾ, ਕਿਤੇ ਨਾ ਕਿਤੇ ਇਹ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਕੇਂਦਰ ਦੀ ਰਾਜਨੀਤੀ 'ਤੇ ਵੀ ਇਹਦਾ ਅਸਰ ਪਏਗਾ ਕਿ ਸਿੱਧੂ ਸਾਹਿਬ ਇਸ ਤਰ੍ਹਾਂ ਜਿਹੜੇ ਮਤਲਬ ਗਾਈਡ ਕਹਿ ਸਕਦੇ ਹਾਂ ਜਾਂ ਜਜ਼ਬਾਤੀ ਹੋ ਕੇ ਫੈਸਲਾ ਲੈ ਲਿਆ। ਅਗਰ ਉਹ ਕਾਂਗਰਸ ਦੇ ਵਿੱਚੋਂ ਕੁਇਟ ਕਰ ਜਾਂਦੇ ਨੇ, ਕਾਂਗਰਸ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲੈਂਦੀ ਹੈ, ਤਾਂ ਉਹ ਜਿਹੜੀ ਪੋਜ਼ੀਟਿਵਿਟੀ ਰਾਜਨੀਤੀ ਸੀ, ਨਵਾਂ ਬਦਲਾਅ ਸੀਗਾ, ਉਹਦੇ ਲਈ ਬਹੁਤ ਵੱਡਾ ਨੁਕਸਾਨ ਹੈ। ਰਵਨੀਤ ਬਿੱਟੂ ਨੇ ਤਾਂ ਇੱਥੋਂ ਤੱਕ ਕਹਿ ਤਾ, ਉਹ ਕਹਿੰਦੇ ਮੈਨੂੰ ਤਾਂ ਸ਼ੱਕ ਹੈ ਵੀ ਇਹ ਤੇਰਾ RSS ਦਾ ਛੱਡਿਆ ਹੋਇਆ ਬੰਦਾ ਹੈ। ਦੇਖੋ, ਰਵਨੀਤ ਬਿੱਟੂ ਹੋਰੀ ਪਰਿਵਾਰਿਕ ਰਾਜਨੀਤੀ ਦੇ ਵਿੱਚੋਂ ਉੱਠ ਕੇ ਆਏ ਨੇ। ਉਹਨਾਂ ਨੂੰ ਉਹਨਾਂ ਦੇ ਦਾਦਾ ਜੀ ਦੇ ਅਸੈਸੀਨੇਸ਼ਨ ਤੋਂ ਬਾਅਦ ਉਸ ਪਰਿਵਾਰ ਨੂੰ ਕਿਤੇ ਨਾ ਕਿਤੇ ਕਾਂਗਰਸ ਹਮੇਸ਼ਾ ਟਿਕਟਾਂ ਦੇ ਕੇ ਨਵਾਜ਼ਦੀ ਹੈ, ਔਰ ਪਹਿਲੀ ਨੌਕਰੀ ਵੀ ਸ਼ਾਇਦ ਘਰ ਨੌਕਰੀ ਮੁਹਿੰਮ ਦੀ ਬਿੱਟੂ ਸਾਹਿਬ ਨੂੰ ਦਿੱਤੀ ਆ। ਬਿੱਟੂ ਹਮੇਸ਼ਾ ਹੀ ਜਿਹੜਾ ਨਵਜੋਤ ਸਿੱਧੂ ਦੇ ਖਿਲਾਫ ਰਿਹਾ, ਇਵਨ ਉਹ ਕਹਿੰਦਾ ਸੀ ਵੀ ਸਾਡੀ ਵੀ ਕੋਈ ਅਹਿਮੀਅਤ ਹੈ ਕਾਂਗਰਸ ਦੇ ਵਿੱਚ, ਇਹ ਪ੍ਰਧਾਨ ਬਣ ਹੀ ਨਹੀਂ ਸਕਦਾ ਹੈਗਾ, ਔਰ ਉਹ ਪਹਿਲਰ ਉਹਨੂੰ ਪ੍ਰਧਾਨ ਮੰਨਣ ਨੂੰ ਤਿਆਰ ਵੀ ਨਹੀਂ ਸੀ। ਬਿੱਟੂ ਦੀ ਆਪਣੀ ਇੱਕ ਰਣਨੀਤੀ ਹੈ, ਆਪਣਾ ਇੱਕ ਸਿਸਟਮ ਹੈ, ਆਪਣੇ ਉਸ ਸਿਸਟਮ ਨੂੰ ਲੈ ਕੇ ਚੱਲਣਾ ਹੈ। ਪਰ ਲੇਕਿਨ ਆਲ ਓਵਰ ਕਾਂਗਰਸ ਨੇ ਉਹਨੂੰ ਪ੍ਰਧਾਨ ਬਣਾਇਆ ਤਾਂ ਉਹ ਪ੍ਰਧਾਨ ਸੀ। ਉਹ ਕਹਿੰਦਾ ਹੈ ਵੀ ਮੈਨੂੰ ਨਹੀਂ ਪਤਾ, ਬਲਾਕ ਦਾ ਵੀ ਪ੍ਰਧਾਨ ਹੋ ਸਕਦਾ ਹੈ ਜਾਂ ਸਾਡੇ ਜ਼ਿਲ੍ਹੇ ਦਾ ਵੀ ਪ੍ਰਧਾਨ ਹੋ ਸਕਦਾ ਹੈ। ਅਹੀਆਂ ਦੀਆਂ ਗੱਲਾਂ ਜਿਹੜੀਆਂ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਤੀਸਰੀ ਵਾਰੀ ਲੋਕ ਸਭਾ ਦੇ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਤਾ ਹੋਵੇ, ਉਹਦੇ ਲਈ ਇਹ ਸ਼ੋਭਾ ਨਹੀਂ ਦਿੰਦੀਆਂ। ਅਤੇ ਹੁਣ ਜਿਹੜੇ ਇਹ ਕਲੇਸ਼ ਪਿਆ ਹੈ, ਇਹ ਫਿਰ ਲੋਕਾਂ ਦੀਆਂ ਉਮੀਦਾਂ ਦਾ ਕਤਲ ਸਮਝੀਏ ਜਾਂ ਜੇ ਬਚਾਓ ਹੈ? ਨਹੀਂ, ਆਪਾਂ ਬਿਲਕੁਲ ਨਾ ਸਮਝੀਏ ਕਿ ਲੋਕਾਂ ਦੀਆਂ ਉਮੀਦਾਂ ਦਾ ਕਤਲ ਹੈ, ਕਿਉਂਕਿ ਜਦੋਂ ਰਸਤੇ ਬੰਦ ਹੋ ਜਾਣ, ਜਦੋਂ ਰਸਤੇ ਬਿਲਕੁਲ ਬੰਦ ਹੋ ਜਾਣ, ਉਦੋਂ ਨਵੇਂ ਰਸਤੇ ਬਣਦੇ ਆ, ਖੋਜੇ ਜਾਂਦੇ ਹੈਗੇ। ਜਦੋਂ ਹਾਲਾਤ ਤੁਹਾਡੇ ਬਸ ਤੋਂ ਬਾਹਰ ਹੋ ਜਾਣ, ਸਮੇਂ ਦੇ ਗਰਭ ਵਿੱਚ ਬਹੁਤ ਕੁਛ ਹੈਗਾ, ਸਮਾਂ ਬਹੁਤ ਬੜਾ ਬਲਵਾਨ ਹੁੰਦਾ ਹੈਗਾ, ਕੋਈ ਨਾ ਕੋਈ ਜਿਹੜੀ ਸਮੱਸਿਆ ਦਾ ਹੱਲ ਹੈਗਾ ਉਹ ਲੋਕੀ ਔਰ ਤੁਹਾਡੀ ਜਿਹੜੀ ਚੱਲਦਾ ਸਿਸਟਮ ਹੈ ਉਹਦੇ ਵਿੱਚੋਂ ਨਿਕਲ ਕੇ ਆਉਂਦਾ ਹੈਗਾ। ਤਾਂ ਇਸ ਕਰਕੇ ਹੋਪਲੈਸ ਹੋਣ ਦੀ ਕੋਈ ਗੱਲ ਨਹੀਂ, ਤੁਹਾਡੇ ਕੋਲ ਅਲਟਰਨੇਟਿਵ ਬਹੁਤ ਹੈਗੇ ਨੇ ਪੰਜਾਬ ਦੇ ਲੋਕਾਂ ਕੋਲ। ਈਵਨ ਕਿ ਪੰਜਾਬ ਦੇ ਵਿੱਚ ਇੰਨੀ ਵੱਡੀ ਜਿਹੜੀ ਅਵੇਅਰਨੈਸ ਹੈਗੀ ਆ, ਜਦੋਂ ਅਸੀਂ ਪੂਰੇ ਵਿਦੇਸ਼ਾਂ ਦੇ ਵਿੱਚ ਜਾ ਕੇ ਦੇਖਦੇ ਹਾਂ, ਸਾਡੇ ਅੱਜ ਲਗਭਗ 40-50 ਮੈਂਬਰ ਪਾਰਲੀਮੈਂਟ ਪੰਜਾਬ ਤੋਂ ਜਿਹੜੇ ਵਿਦੇਸ਼ਾਂ ਦੇ ਵਿੱਚ ਚੁਣੇ ਜਾਂਦੇ ਨੇ, ਉਹ ਹੈਗੇ ਨੇ। ਸਾਡੀ ਰਾਜਨੀਤਿਕ ਮਹੱਤਵਾਕਾਂਖਿਆ ਬਹੁਤ ਵਧੀਆ ਹੈ, ਬਹੁਤ ਬੜੀ ਸੋਚ ਹੈ, ਪਰ ਇੱਥੇ ਕਿਤੇ ਨਾ ਕਿਤੇ ਸਾਨੂੰ ਆਪਣਾ ਜ਼ੋਰ ਲਾਉਣਾ ਪਏਗਾ। ਹਰ ਪੰਜਾਬੀ ਨੂੰ ਆਪਣੀ ਨਵੀਂ ਲੀਡਰਸ਼ਿਪ ਤਿਆਰ ਹੋ ਸਕਦੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਔਰ ਜਦੋਂ ਆਉਣ ਵਾਲਾ ਜਿਹੜਾ ਇਲੈਕਸ਼ਨ ਹੈਗਾ, ਅਤੇ ਹੋ ਸਕਦਾ ਕੁਛ ਨਵੀਆਂ ਪਾਰਟੀਆਂ ਜਿਹੜੀਆਂ ਇਲੈਕਸ਼ਨ ਦੇ ਵਿੱਚ ਆਉਣ ਜਾਂ ਨਵੇਂ ਮੁੱਦੇ ਬਣਾ ਕੇ ਚੱਲਣ, 2022 ਨਹੀਂ ਤਾਂ 2027 ਸਹੀ,
ਪੰਜਾਬ ਦੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ। ਔਰ ਮੈਂ ਖਾਸ ਕਰਕੇ ਕਿਸਾਨੀ ਅੰਦੋਲਨ ਨਾਲ ਅਸੀਂ ਜੁੜੇ ਰਹੇ ਹਾਂ। ਅਗਰ ਕਿਸਾਨੀ ਅੰਦੋਲਨ ਦੇ ਵਿੱਚੋਂ ਲੀਡਰਸ਼ਿਪ ਨਿਕਲ ਕੇ ਆਉਂਦੀ ਤਾਂ ਉਹ ਪੰਜਾਬ ਦੇ ਲਈ ਬਹੁਤ ਵੱਡੀ ਗੱਲ ਸੀਗੀ। ਸੋ ਬਿਲਕੁਲ ਜੀ, ਨਵਜੋਤ ਸਿੰਘ ਸਿੱਧੂ ਹੋਰੀਆਂ ਅਸਤੀਫਾ ਦੇ ਚੁੱਕੇ ਨੇ। ਫਿਲਹਾਲ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ। ਵੇਖਣਾ ਹੋਵੇਗਾ ਕਿ ਹੁਣ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਸਿਆਸੀ ਭਵਿੱਖ ਕਿੱਧਰ ਨੂੰ ਜਾਂਦਾ ਹੈ, ਜਾਂ ਫਿਰ ਕਾਂਗਰਸ ਦੇ ਵਿੱਚ ਜੋ ਇਹ ਭੁਚਾਲ ਆਇਆ ਹੈ ਇਹ ਕਿੱਥੇ ਕੁ ਜਾ ਕੇ ਥੰਮਦਾ ਹੈ। ਮੈਨੂੰ ਦਿਓ ਇਜਾਜ਼ਤ। ਧੰਨਵਾਦ।